गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ਦੀ ਕਮੋਲਕ ਲਿਖਤ ਵਿਜੇ ਸਿੰਘ ਆਪ ਜੀ ਨੂੰ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 10ਵਾਂ ਕਾਂਡ। ਦਿਨ ਹੁਣ ਆਲੇ ਦੀ ਬਰਫ਼ ਵਾਂਗ ਢਲ ਗਿਆ ਸੀ ਕਿ ਨਵਾਬ ਸਾਹਿਬ, ਮੁੱਲਾ, ਮਸਖਰਾ ਤੇ ਹੋਰ ਮੁਸਾਹਿਬ ਇੱਕ ਖੁੱਲੇ ਮੈਦਾਨ ਵਿੱਚ ਪਹੁੰਚੇ ਔਰ ਸਫ ਬਣ ਕੇ ਬੈਠ ਗਏ। ਭੁਜੰਗੀ ਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇੱਕ ਪਾਸੇ ਨੰਗੀ ਤਲਵਾਰ ਦੇ ਪੈਰੇ ਹੇਠ ਕੀਤੇ ਗਏ। ਦੋਹਾਂ ਦੇ ਪੈਰ ਕਿਲਿਆਂ ਨਾਲ ਕੱਸੇ ਗਏ। ਸਾਹਮਣੇ ਪਾਸੇ ਇੱਕ ਟਿਕਟਿਕੀ ਲਗਾਈ ਗਈ ਔਰ ਸਿੰਘ ਜੀ ਦੇ ਹੱਥ ਪੈਰ ਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾ ਜੀ ਨੇ ਪੁੱਛਿਆ, ਐ ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈ? ਅਜੇ ਵੀ ਸਮਝ ਤੇ ਛੱਡਿਆ ਜਾਵੇ। ਸਿੰਘ, ਹੇ ਰਾਜਮਦ ਵਾਲਿਓ, ਜੋ ਜੀ ਚਾਹੇ ਕਰੋ, ਪਰਵਾਹ ਨਹੀਂ। ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਤ ਕਰੇ? ਕੌਣ ਸੋਨੇ ਦੇ ਬਦਲੇ ਕੋਡੀ ਲੈਂਦਾ ਹੈ? ਇਹ ਸਰੀਰ ਸਦਾ ਨਹੀਂ, ਅੰਤ ਮਰੇਗਾ, ਮਰਨੇ ਦਿਓ। ਸਿੰਘ ਦਾ ਬਚਨ ਸੁਣਦੇ ਹੀ ਇੱਕ ਕਾਲੇ ਬੰਬ ਰੰਗ ਵਾਲਾ ਰਾਤ ਦਾ ਵੀ ਬਾਬਾ, ਜਿਸ ਦੀ ਸੂਰਤ ਨੂੰ ਵੇਖ ਕੇ ਭੈ ਆਵੇ, ਨਿਕਲਿਆ ਔਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ। ਕੋਟੜਾ ਕੀ ਵੱਜਦਾ ਹੈ? ਛਵੀ ਵਾਂਗ ਖਲ ਨੂੰ ਉਡਾ ਲਿਜਾਂਦਾ ਹੈ। ਧੋਬੀ ਪਟੜੇ ਪਰ ਕੋਈ ਤਰਸ ਕਰਦਾ ਹੈ, ਪਰ ਹੈ ਸਿਆਰੇ ਜਲਾਦ ਨੇ ਸਿੰਘ ਜੀ ਦੀ ਪਿੱਠ ਪਰ ਮਾਂ ਦਾ ਸਾਰਾ ਪੀਤਾ ਹੋਇਆ ਦੁੱਧ ਕੱਢ ਲਿਆਂਦਾ। ਪਿੱਠ ਪਹਿਲੇ ਲਾਲ ਹੋਈ, ਫਿਰ ਉਪਟੀ, ਫਿਰ ਛਾਲੇ ਉਭਰੇ ਤੇ ਕਿਤੇ ਕਿਤੇ ਚਰਬੀ ਨਿਕਲ ਪਈ। ਲਾਡਾਂ ਤੇ ਸੁੱਖਾਂ ਪਲੇ ਬਹਾਦਰ ਨੇ, ਜਿਸ ਨੇ ਕਦੇ ਓਏ ਨਹੀਂ ਸਹਾਰੀ ਸੀ, ਇਸ ਬਹਾਦਰੀ ਨਾਲ ਸਹਾਰਿਆ ਕਿ ਇੱਕ ਸਹਾਰਨ ਦੇ ਯਤਨ ਔਰ ਦੂਜੀ ਅਸਹਿ ਪੀੜਾ ਨੇ ਬੇਹੋਸ਼ ਕਰ ਦਿੱਤਾ। ਸਿੰਘਣੀ ਇਸ ਕਸ਼ਟ ਨੂੰ ਦੇਖ ਕੇ ਪਿੰਜਰੇ ਪਏ ਸ਼ੇਰ ਵਾਂਗ ਤੜਪ ਰਹੀ ਸੀ। ਹਰ ਕੋਟੜੇ ਦੇ ਵਜਿਆਂ ਕਲੇਜਾ ਉੱਭਰ ਕੇ ਮੂੰਹ ਨੂੰ ਆ ਜਾਂਦਾ ਹੈ, ਪਰ ਕੋਈ ਪੇਸ਼ ਨਹੀਂ ਚਲਦੀ। ਚਾਹੁੰਦੀ ਹੈ ਕਿ ਅੱਖਾਂ ਮੀਟ ਲਏ ਔਰ ਕੰਨ ਵਿੱਚ ਉਂਗਲਾਂ ਦੇ ਲਏ, ਪਰ ਹਾਏ ਕਿਸਮਤ, ਹੱਥ ਵੀ ਬੱਧੇ ਹੋਏ ਹਨ। ਕੰਨ ਕੌਣ ਮੁੰਦੇ? ਅੱਖਾਂ ਮੀਟਦੀ ਹੈ, ਪਰ ਕੋਟੜੇ ਦੇ ਕੜਾਕੇ ਨਾਲ ਉਬਾਲ ਜਿਹਾ ਸਿਰ ਨੂੰ ਚੜ੍ਹਦਾ ਹੈ ਕਿ ਅੱਖਾਂ ਤ੍ਰਹਿਕ ਕੇ ਬੰਦ ਨਹੀਂ ਰਹਿੰਦੀਆਂ। ਸੰਗੇ ਮਰਮਰ ਪਰ ਕਣੀਆਂ ਪੈਣ ਵਾਂਗੂ ਗੱਲਾਂ ਪਰ ਹੰਝੂ ਵਗ ਰਹੇ ਹਨ। ਮਾਨੋ ਸਾਰੇ ਸਰੀਰ ਦਾ ਲਹੂ ਦੇਹ ਤੋਂ ਦੁਖੀ ਹੋ ਕੇ ਅੱਖਾਂ ਦੇ ਰਸਤੇ ਵਹਿ ਚੱਲਿਆ ਹੈ। ਆਹ, ਕਈ ਔਖੀ ਬਿਪਤਾ ਵਿੱਚ ਗਰਸੀ ਗਈ ਹੈ। ਭੁਜੰਗੀ ਵੱਲ ਦੇਖੋ, ਹਿਲਦੇ ਜਲ ਵਿੱਚ ਚੰਦ ਦੀ ਮੂਰਤ ਵਾਂਗ ਥਰ ਥਰ ਕੰਬ ਰਿਹਾ ਹੈ। ਅੱਖਾਂ ਵਿੱਚੋਂ ਹੰਝੂਆਂ ਦਾ ਹੜ ਜਾਰੀ ਹੈ। ਅਰ ਹੇ ਗੁਰੂ, ਪਿਤਾ ਦੀ ਰੱਖਿਆ ਕਰ ਦਾ ਦਰਦਨਾਕ ਸ਼ਬਦ ਐਸਾ ਕਲੇਜਾ ਪਾੜ ਕੇ ਨਿਕਲਦਾ ਹੈ ਕਿ ਵਿਚਾਰੇ ਦੀ ਘੀਗੀ ਵੱਜ ਗਈ ਹੈ। ਸੰਗ ਬੈਠ ਗਿਆ ਹੈ। ਪਿਆਰਾ ਚਿਹਰਾ ਘਟਾਂ ਹੇਠ ਆਏ ਚੰਦ ਵਾਂਗੂ ਮੱਧਮ ਪੈ ਗਿਆ ਹੈ, ਪਰ ਰਾਜਮਦ ਵਾਲੇ ਜਰਵਾਣਿਆਂ ਦੇ ਹਿਰਦੇ ਵਿੱਚ ਰਤਾ ਤਰਸ ਨਹੀਂ ਪੈਂਦਾ। ਬੇਹੋਸ਼ ਹੁੰਦੇ ਹੀ ਕੋਰੜੇ ਬੰਦ ਕੀਤੇ ਗਏ, ਮੂੰਹ ਵਿੱਚ ਪਾਣੀ ਚੋਇਆ ਗਿਆ, ਪਰ ਬੇਸੁਧੀ ਜਿਹੀ ਸੀ ਤੇ ਹੀ ਰਹੀ। ਇਸ ਤਰ੍ਹਾਂ ਹੀ ਚੁੱਕ ਕੇ ਲੈ ਗਏ ਤੇ ਤਿੰਨੇ ਅੱਡੋ ਅੱਡ ਕੋਠੜੀਆਂ ਵਿੱਚ ਬੰਦ ਕੀਤੇ ਗਏ। ਜਦ ਰਾਤ ਥੋੜ੍ਹੀ ਜਿਹੀ ਬੀਤੀ ਤਾਂ ਸਿੰਘ ਜੀ ਘੱਟੇ ਵਿੱਚ ਪੁੱਠੇ ਦਾਓ ਬੇਹੋਸ਼ ਪਏ। ਕੁਝ ਹੋਸ਼ ਵਿੱਚ ਆਏ। ਅੱਖਾਂ ਪਟ ਕੇ ਦੇਖਦੇ ਹਨ ਤਾਂ ਕੋਈ ਦਿਸਦਾ ਨਹੀਂ। ਸਰੀਰ ਆਕੜ ਗਿਆ ਹੈ, ਕਿਸੇ ਪਾਸੇ ਮੁੜਦਾ ਨਹੀਂ। ਕੰਡ ਚੀਸਾਂ ਮਾਰਦੀ ਹੈ, ਡਾਢੀ ਘਬਰਾਹਟ ਆਉਂਦੀ ਹੈ। ਪਾਸ ਕੋਈ ਅੜੂਆ ਨਹੀਂ, ਤਰਸ ਵਾਲਾ ਕੋਈ ਨੇੜੇ ਨਹੀਂ। ਹਾਂ, ਮਾਂ ਦੇ ਰਾਮ ਤੇ ਲਾਲ, ਤੈਨੂੰ ਮਾਂ ਹਟਕਾ ਰਹੀ ਸੀ ਬੱਚਾ, ਸਮਝ ਕੇ ਕਦਮ ਰੱਖ। ਪਰ ਤੂੰ ਆਖਦਾ ਸੈਂ ਕਿ ਨਹੀਂ, ਪ੍ਰੇਮ ਦਾ ਰਸਤਾ ਹੀ ਐਸਾ ਹੈ। ਹੁਣ ਦੇਖ, ਪ੍ਰੇਮ ਨੇ ਕੀ ਰੰਗ ਜਮਾਇਆ ਹੈ, ਖਲ ਤੱਕ ਉਧੇੜ ਦਿੱਤੀ ਹੈ। ਦੱਸ, ਇਸ ਵੇਲੇ ਤੇਰਾ ਕੌਣ ਹੈ? ਠੀਕ ਹੈ, ਅਸੀਂ ਤਾਂ ਸਿੰਘ ਜੀ ਦੇ ਕਲੇਸ਼ਾਂ ਨੂੰ ਵੇਖ ਕੇ ਬਿਲਬੁਲਾ ਉੱਠੇ ਹਾਂ, ਪਰ ਉਹਨਾਂ ਦੇ ਅਭਿਆਸੀ ਮਨ ਵਿੱਚ ਗੁਰੂ ਦੀ ਮੂਰਤ ਬਿਰਾਜਮਾਨ ਹੈ, ਜੋ ਇਸ ਕਸ਼ਟ ਨੂੰ ਸਹਾਰਾ ਦੇ ਰਹੀ ਹੈ ਔਰ ਦੁੱਖਾਂ ਤੇ ਪੀੜਾਂ ਵੱਲੋਂ ਹਟਾ ਕੇ ਮਨ ਨੂੰ ਆਪਣੇ ਵੱਲ ਖਿੱਚ ਰਹੀ ਹੈ। ਪੀੜਾ ਭਰੋਸੇ ਨੂੰ ਢਿੱਲਿਆ ਨਹੀਂ ਕਰ ਰਹੀ, ਸਗੋਂ ਸੁਰਤ ਇਕੱਠੀ ਹੋ
ਵਧੇਰੇ ਅੰਦਰਵਾਰ ਨੂੰ ਹੋ ਕੇ ਜੁੜਦੀ ਹੈ। ਹੁਣ ਕੁਝ ਆਵਾਜ਼ ਕੰਨੀ ਪੈਣ ਲੱਗੀ। ਬੂਹੇ ਦੇ ਖੜਕਣ ਦੀ ਆਵਾਜ਼ ਆਈ। ਪੱਲੋ ਪੱਲੀ ਵਿੱਚ ਬੂਹੇ ਖੁੱਲੇ ਔਰ ਇੱਕ ਲੰਮਾ ਜਵਾਨ ਸਿੱਧੇ ਦਾੜੇ ਵਾਲਾ ਫਰਿਸ਼ਤਿਆਂ ਵਰਗੇ ਚਿਹਰੇ ਵਾਲਾ ਅੰਦਰ ਆਇਆ। 5-7 ਸੇਵਕ ਉਸ ਦੇ ਨਾਲ ਸਨ। ਮਸ਼ਾਲ ਬਲ ਰਹੀ ਸੀ। ਇਹਨਾਂ ਕੈਦੀਆਂ ਦਾ ਦਰੋਗਾ ਤੇ ਹੋਰ ਮੁਲਾਜ਼ਮ ਸਹਿਮੇ ਤੇ ਕੰਬਦੇ ਹੋਏ ਮਗਰ ਸਨ। ਸਿੰਘ ਜੀ ਦੀ ਦਸ਼ਾ ਵੇਖ ਕੇ ਉਹ ਭਲਾ ਪੁਰਖ ਅੱਖਾਂ ਵਿੱਚ ਜਲ ਭਰ ਲਿਆਇਆ ਔਰ ਦਰੋਗੇ ਵੱਲ ਤੱਕ ਕੇ ਬੋਲਿਆ, ਕਾਫਰ, ਮਲੂਨ, ਗਾਰਤ ਕਰੇ ਖੁਦਾ ਤੈਨੂੰ ਔਰ ਤੇਰੇ ਮਾਲਕ ਨੂੰ, ਬੇਕਸਾਂ ਪਰ ਵਹਿਸ਼ਿਆਨਾ ਜ਼ੁਲਮ। ਖੁਦਾ ਦੇ ਅੱਗੇ ਦਿਓਗੇ ਜਾ ਕੇ ਕੀ ਜਵਾਬ? ਮੂੰਹ ਕਾਲਾ ਹੋਊ ਤੇਰਾ ਔਰ ਜਲੇਗਾ ਦੋਜ਼ਖ ਦੀ ਅੱਗ ਵਿੱਚ। ਆਪਣੇ ਸੇਵਕਾਂ ਨੂੰ ਬੋਲਿਆ, ਚਾਰਪਾਈ ਉਰੇ ਲਿਆਓ। ਝਟ ਮੰਜੀ ਹਾਜ਼ਰ ਹੋਈ। ਆਪ ਨੇ ਸਿੰਘ ਜੀ ਦੇ ਚਰਨ ਚੁੰਮੇ ਔਰ ਫਰਨ ਰੋਂਦਿਆਂ ਬੜੇ ਸਹਾਰੇ ਨਾਲ ਸਿੰਘ ਜੀ ਨੂੰ ਚੁੱਕ ਕੇ ਚਾਰਪਾਈ ਪੁਰ ਪੁੱਠਾ ਲਿਟਾਇਆ ਤੇ ਚੁਕਵਾ ਕੇ ਲੈ ਤੁਰੇ। ਦਰੋਗਾ ਕੁਝ ਉਜ਼ਰ ਕਰਨ ਲੱਗਾ ਕਿ ਹਾਕਮ ਦਾ ਹੁਕਮ ਨਹੀਂ ਮਿਲਿਆ, ਮੈਂ ਮਾਰਿਆ ਜਾਵਾਂਗਾ। ਤੁਸੀਂ ਮੁਸਲਮਾਨ ਹੋ ਕੇ ਇਹ ਕੀ ਕਰ ਰਹੇ ਹੋ? ਭਲਾ ਪੁਰਖ ਲਾਲ ਅੱਖਾਂ ਕਰਕੇ, ਚੱਲ ਦੂਰ ਹੋ ਨਾਮਾਕੂਲ। ਮੁਸਲਮਾਨ ਹੋ ਕੇ? ਕਿਆ ਮੁਸਲਮਾਨ ਨਾਮ ਜ਼ਾਲਮ ਦਾ ਹੈ? ਮੁਸਲਮਾਨ ਨਾਮ ਖੁਦਾ ਤੇ ਈਮਾਨ ਰੱਖਣ ਵਾਲੇ ਬੰਦੇ ਦਾ ਹੈ, ਜੋ ਬਨੀ ਨੌ ਇਨਸਾਨ ਨੂੰ ਖੁਦਾ ਦੇ ਜਾਣ ਕੇ ਪਿਆਰ ਕਰੇ। ਮੁਸਲਮਾਨ ਦਾ ਫਰਜ਼ ਇਨਸਾਫ ਹੈ, ਰਹਿਮ ਹੈ, ਜ਼ੁਲਮ ਨਹੀਂ। ਇਉਂ ਕਹਿੰਦੇ ਇਹ ਮੁਸਲਮਾਨ ਫਕੀਰ ਜੀ ਸਿੰਘ ਜੀ ਨੂੰ ਲੈ ਕੇ ਪਤਰਾ ਹੋ ਗਏ। ਸ਼ੌਕ ਇਹਨਾਂ ਨੂੰ ਪਤਾ ਨਹੀਂ ਸੀ ਕਿ ਸਿੰਘ ਜੀ ਦੀ ਵੋਟੀ ਤੇ ਪੁੱਤਰ ਨਾਲ ਦੀਆਂ ਹੀ ਕੋਠੜੀਆਂ ਵਿੱਚ ਤੜਫ ਰਹੇ ਸਨ। ਇਸ ਭਲੇ ਪੁਰਖ ਦਾ ਡੇਰਾ ਸ਼ਹਿਰੋਂ ਬਾਹਰ ਕੁਝ ਵਾੜ ਤੇ ਸੀ। ਇੱਕ ਬਨ ਵਿੱਚ ਕੁਟੀਆ ਪਾ ਕੇ ਰਹਿੰਦੇ ਸਨ। ਜ਼ਾਤ ਦੇ ਇਹ ਸੈਯਦ ਸਨ ਤੇ ਅੱਲਾ ਵਾਲੇ ਫਕੀਰ ਸਨ। ਆਪ ਭਾਈ ਮਨੀ ਸਿੰਘ ਜੀ ਦੇ ਪਾਸ ਬਹੁਤ ਮੁੱਦਤ ਰਹੇ ਸਨ ਔਰ ਉਹਨਾਂ ਦੀ ਕਿਰਪਾ ਕਰਕੇ ਹੀ ਇਹ ਫਕੀਰੀ ਨੂੰ ਪ੍ਰਾਪਤ ਹੋਏ ਸੇ। ਅਜੇ ਛੋਟੀ ਅਵਸਥਾ ਹੀ ਸੀ ਕਿ ਸਿੰਘ ਜੀ ਸ਼ਹੀਦ ਹੋ ਗਏ। ਵੈਰਾਗੀ ਹੋ ਕੇ ਆਪ ਨੇ ਇੱਥੇ ਬਨ ਵਿੱਚ ਡੇਰਾ ਕੀਤਾ ਤੇ ਤਪੱਸਿਆ ਕਰਦੇ ਰਹੇ। ਇਹਨਾਂ ਦੀ ਕਰਾਮਾਤ ਦੀ ਐਡੀ ਧੁੰਮ ਸੀ ਕਿ ਸਾਰੇ ਇਲਾਕੇ ਦੇ ਲੋਕ ਡਰਦੇ ਸਨ। ਕੀ ਹਾਕਮ, ਕੀ ਪਿਆਦਾ, ਕੋਈ ਚੂੰ ਨਹੀਂ ਸੀ ਕਰ ਸਕਦਾ। ਅੱਜ ਰਾਤ ਜਾਂ ਆਪ ਨੂੰ ਸਿੰਘ ਜੀ ਦੀ ਕਸ਼ਟਣੀ ਦੀ ਖਬਰ ਪਹੁੰਚੀ ਤਾਂ ਦੌੜੇ ਆਏ ਔਰ ਕਿਸੇ ਦੀ ਪਰਵਾਹ ਨਾ ਕਰਕੇ ਉਹਨਾਂ ਨੂੰ ਮੱਲੋ ਮੱਲੀ ਕਢਵਾ ਲੈ ਗਏ। ਉਸ ਵੇਲੇ ਜਦ ਤੁਰਕ ਹਾਕਮ ਬੇਨਿਆਈਆਂ ਕਰ ਰਹੇ ਸਨ, ਸਾਬਰ ਸ਼ਾਹ ਵਰਗੇ ਸੈਯਦ ਮੌਜੂਦ ਸਨ ਜੋ ਪੁੱਜ ਕੇ ਨੇਕੀ ਕਰਦੇ ਸਨ। ਸੈਯਦ ਸਾਹਿਬ ਜਦੋਂ ਵਿਜੇ ਸਿੰਘ ਨੂੰ ਲੈ ਕੇ ਘਰ ਆਪੜੇ ਤਾਂ ਸਿੰਘ ਜੀ ਦੀ ਸੂਰਤ ਦੇਖ ਕੇ ਭਾਈ ਮਨੀ ਸਿੰਘ ਜੀ ਯਾਦ ਆ ਗਏ ਔਰ ਕਲੇਜੇ ਐਸੀ ਧੂ ਪਈ ਕਿ ਢੇਰ ਚਿਰ ਤੱਕ ਰੋਏ। ਆਪਣੇ ਮੁਰਸ਼ਿਦ ਦੇ ਤਾਂ ਅੰਤਲੇ ਦਰਸ਼ਨ ਨਸੀਬ ਨਹੀਂ ਸਨ ਹੋਏ, ਪਰ ਇਹਨਾਂ ਨੂੰ ਉਹਨਾਂ ਦਾ ਰੂਪ ਜਾਣ ਕੇ ਖਿਦਮਤ ਕਰਨ ਲੱਗੇ ਔਰ ਐਸੀ ਸੇਵਾ ਕੀਤੀ ਕਿ ਕੁਝ ਚਿਰ ਪਾ ਕੇ ਸਿੰਘ ਜੀ 9/9 ਹੋ ਗਏ। ਉਧਰ ਦਾ ਹਾਲ ਸੁਣੋ। ਹਾਕਮ ਨੂੰ ਜਦ ਖਬਰ ਹੋਈ ਸਾਬਰ ਸ਼ਾਹ ਜੀ ਸਿੰਘ ਜੀ ਨੂੰ ਕੱਢ ਲੈ ਗਏ ਹਨ, ਤਦ ਸੱਪ ਵਾਂਗੂ ਵੱਲ ਖਾ ਕੇ ਰਹਿ ਗਿਆ। ਬਤੇਰਾ ਚਾਹਿਆ ਕਿ ਕੁਝ ਕਰਾਂ, ਪਰ ਮੁਸਲਮਾਨ ਫਕੀਰ ਦਾ ਡਰ ਏਡਾ ਬੈਠਾ ਹੋਇਆ ਸੀ ਕਿ ਕੋਈ ਅੱਖਾਂ ਸਾਹਮਣੇ ਨਹੀਂ ਸੀ ਕਰ ਸਕਦਾ। ਹੋਰ ਤਾਂ ਕੁਝ ਪੇਸ਼ ਨਾ ਗਈ, ਪਰ ਸ਼ੀਲ ਕੌਰ ਤੇ ਵਰਿਆਮ ਸਿੰਘ ਨੂੰ ਮਹਿਲੀ ਲੈ ਗਿਆ ਔਰ ਉਹਨਾਂ ਨੂੰ ਡਰਾਵੇ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਇਹ ਆਪਣਾ ਧਰਮ ਛੱਡ ਦੇਣ, ਪਰ ਕਿਸੇ ਨੇ ਇੱਕ ਨਾ ਮੰਨੀ। ਇੱਕ ਦਿਨ ਸ਼ੀਲ ਕੌਰ ਨੂੰ ਚੱਕੀ ਪੀਹਣ ਲਾ ਦਿੱਤਾ ਔਰ ਮੁੰਡੇ ਨੂੰ ਵੀ ਹਲਕੇ ਕੋਟੜੇ ਮਰਵਾਏ। ਉਧਰ ਸਾਬਰ ਸ਼ਾਹ ਜੀ ਨੂੰ ਸਿੰਘ ਹੋਰਾਂ ਤੋਂ ਪੁੱਤਰ ਤੇ ਵੋਟੀ ਦੇ ਕੈਦ ਹੋਣ ਦਾ ਪਤਾ ਲੱਗ ਗਿਆ ਸੀ। ਸਿੰਘ ਜੀ ਤਾਂ ਉਹਨਾਂ ਦੀ ਸੇਵਾ ਨਾਲ ਰਾਜ਼ੀ ਹੋ ਰਹੇ ਸਨ ਤੇ ਫਕੀਰ ਜੀ ਸ਼ੀਲ ਕੌਰ ਦੇ ਛੁਡਾਉਣ ਦਾ ਉਪਾਅ ਵੀ ਸੋਚਦੇ ਸਨ, ਪਰ ਲੱਜਦਾ ਨਹੀਂ ਸੀ, ਕਿਉਂਕਿ ਭਾਵੇਂ ਫਕੀਰ ਜੀ ਦਾ ਡਰ ਸਭ ਮੰਨਦੇ ਸਨ, ਪਰ ਖਾਸ ਮਹਿਲ ਵਿੱਚ ਜਾ ਕੇ ਬਹੁਤ ਵਜਾ ਕੇ ਹੱਥ ਪਾਉਣੋਂ ਫਕੀਰ ਹੋਰੀ ਵੀ ਰੁਕ ਰਹੇ ਸਨ। ਕਈ ਦਿਨ ਫਕੀਰ ਨੇ ਸੋਚਾਂ ਦੇ ਘੋੜੇ ਦੌੜਾਏ। ਛੇਕੜ ਇਹ ਸੋਚ ਕੇ ਕਿ ਮਹਿਲ ਵਿੱਚ ਚਲੀ ਵੜੀਏ ਤੇ ਅਚਾਨਕ ਜਾ ਕੇ ਉਹਨਾਂ ਨੂੰ ਵੀ ਛੁਡਾ ਲਿਆਈਏ। ਜੋ ਹੋਊ ਸੋ ਦੇਖੀ ਜਾਓ। ਸਿੰਘ ਜੀ ਅਤੇ ਮੁਰੀਦਾਂ ਨੂੰ ਨਾਲ ਲੈ ਕੇ ਆ ਗਏ। ਦਲਾਨ ਵਿੱਚ ਵੜੇ ਸਨ ਤਦ ਉੱਪਰੋਂ ਆਪਣੀ ਕੋਠੜੀ ਵਿੱਚੋਂ ਸਿੰਘੜੀ ਤੇ ਭੁਜੰਗੀ ਨੇ ਵਿਜੇ ਸਿੰਘ ਦੇ ਦਰਸ਼ਨ ਕੀਤੇ। ਉਹਨਾਂ ਨੂੰ ਤੰਦਰੁਸਤ ਵੇਖ ਕੇ ਜੀ ਪ੍ਰਸੰਨ ਹੋ ਗਿਆ। ਸਭ ਦੁਖੜੇ ਭੁੱਲ ਗਏ। ਸ਼ੁਕਰ ਹੈ ਕਰਤਾਰ ਦਾ
ਕਿ ਸਿੰਘ ਜੀ ਸਹੀ ਸਲਾਮਤ ਨਜ਼ਰ ਆਏ, ਪਰ ਅਫਸੋਸ ਮੇਲ ਆਉਣ ਦੀ ਥਾਂ ਲੰਮਾ ਵਿਛੋੜਾ ਪੈ ਗਿਆ। ਫਕੀਰ ਜੀ ਅਜੇ ਪੌੜੀਆਂ ਵਿੱਚ ਹੀ ਸਨ ਕਿ ਹਾਕਮ ਨੇ ਉੱਤੋਂ ਪਤਾ ਪਾ ਕੇ ਉਹਨਾਂ ਨੂੰ ਝੱਟ ਦੂਸਰੇ ਰਸਤਿਓਂ ਬਾਹਰ ਕੱਢ ਦਿੱਤਾ ਤੇ ਹੁਕਮ ਦਿੱਤਾ ਕਿ ਸਵਾਰਾਂ ਦਾ ਦਸਤਾ ਨਾਲ ਲੈ ਕੇ ਲਾਹੌਰ ਤੋਰ ਦਿਓ। ਆਪ ਹੇਠਾਂ ਆ ਕੇ ਉਹਨਾਂ ਨੂੰ ਅਗਲਵਾਂਢੀ ਸਤਕਾਰ ਨਾਲ ਮਿਲ ਪਿਆ। ਜਦੋਂ ਫਕੀਰ ਨੇ ਪੁੱਛ ਭਾਲ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਲਾਹੌਰ ਕੱਲੇ ਜਾ ਚੁੱਕੇ ਹਨ। ਇਹ ਪਤਾ ਪਾ ਕੇ ਆਪ ਨਿਰਾਸ਼ ਮੁੜ ਆਏ। ਜਦੋਂ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਹ ਬੜੇ ਉਦਾਸ ਹੋਏ ਔਰ ਫਕੀਰ ਜੀ ਤੋਂ ਆਗਿਆ ਮੰਗਣ ਲੱਗੇ ਕਿ ਲਾਹੌਰ ਜਾ ਕੇ ਸਿੰਘਣੀ ਦੀ ਭਾਲ ਤੇ ਰੱਖਿਆ ਕਰੀਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।